ਨਮਸਕਾਰ, ਸਤਿ ਸ਼੍ਰੀ ਅਕਾਲ। ਪੰਜਾਬ ਵਾਇਰ ਨਿਊਜ਼ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਰਾਜਨ ਗੁਸਾਈ। ਅੱਜ ਦੀ ਇਸ ਵਿਸ਼ੇਸ਼ ਚਰਚਾ ਦੇ ਵਿੱਚ ਮੁੱਦਾ ਫਿਰ ਉਹੀ ਹੈ, ਕਿਸਾਨੀ ਖੇਤੀ ਕਾਨੂੰਨ। ਜਿਹੜੇ 3 ਖੇਤੀ ਕਾਨੂੰਨ ਬਣਾਏ ਗਏ ਨੇ ਕੇਂਦਰ ਸਰਕਾਰ ਵੱਲੋਂ, ਉਹਨਾਂ ਦਾ ਰੇੜਕਾ ਹਜੇ ਵੀ ਲਗਾਤਾਰ ਜਾਰੀ ਹੈ। ਕਿਸਾਨਾਂ ਦੀ ਗੱਲ ਕੀਤੀ ਜਾਵੇ, ਸਤੰਬਰ ਮਹੀਨੇ ਤੋਂ ਲੈ ਕੇ ਹੁਣ ਤੱਕ ਲਗਾਤਾਰ ਕਿਸਾਨਾਂ ਵੱਲੋਂ ਧਰਨੇ ਜਿਹੜੇ ਆ ਉਹ ਜਾਰੀ ਹੈ। ਕਿਸਾਨ ਅੰਦੋਲਨ ਲਗਾਤਾਰ ਜਾਰੀ ਹੈ। ਪਹਿਲੋਂ ਪੰਜਾਬ ਦੇ ਰੇਲਵੇ ਟਰੈਕਾਂ 'ਤੇ ਬੈਠੇ ਰਹੇ ਕਿਸਾਨ, ਹੁਣ 26 ਨਵੰਬਰ ਤੋਂ, ਹੁਣ ਲਗਭਗ 1 ਮਹੀਨਾ ਹੋ ਗਿਆ, 26 ਨਵੰਬਰ ਤੋਂ ਲੈ ਕੇ ਹੁਣ ਤੱਕ ਲਗਾਤਾਰ ਕਿਸਾਨ ਦਿੱਲੀ ਦੇ ਗਰਦਨ ਨੂੰ ਆਪਣੇ ਸ਼ਿਕੰਜੇ 'ਚ ਲੈ ਕੇ ਬੈਠੇ ਹੋਏ ਨੇ। 6 ਵਾਰ ਦੀ ਮੀਟਿੰਗਾਂ ਹੋ ਚੁੱਕੀਆਂ ਨੇ। ਇੱਕ ਵਾਰ ਅਮਿਤ ਸ਼ਾਹ ਦੇ ਨਾਲ ਮੀਟਿੰਗ ਹੋ ਚੁੱਕੀ ਹੈ। ਕੇਂਦਰ ਸਰਕਾਰ ਝੁਕਣ ਨੂੰ ਤਿਆਰ ਹੈ। ਕਾਨੂੰਨਾਂ ਦੇ ਵਿੱਚ ਸੰਸ਼ੋਧਨ ਕਰਨ ਦੀ ਜਿਹੜੀ ਆ ਪੇਸ਼ਕਸ਼ ਕੇਂਦਰ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ। ਜਿਹੜੀਆਂ 3 ਪ੍ਰਮੁੱਖ ਮੰਗਾਂ ਸੀ ਉਹਨਾਂ ਨੂੰ ਮੰਨਣ ਦੀ ਗੱਲ ਵੀ ਕੀਤੀ ਜਾ ਰਹੀ ਹੈ, ਲੇਕਿਨ ਕਿਸਾਨ ਬਜਿੱਦ ਨੇ ਕਿ ਤਿੰਨੋਂ ਖੇਤੀ ਕਾਨੂੰਨ ਜਿਹੜੇ ਨੇ ਉਹਨਾਂ ਨੂੰ ਰੱਦ ਕੀਤਾ ਜਾਵੇ। ਮੇਰੇ ਨਾਲ ਇਸ ਟਾਈਮ ਮੌਜੂਦ ਨੇ ਹਰਪ੍ਰੀਤ ਸਿੰਘ ਕੋਟ, ਜਿਹੜੇ ਇਸ ਕਿਸਾਨ ਅੰਦੋਲਨ ਦੇ ਵਿੱਚ ਦਿੱਲੀ ਜਾ ਕੇ ਵੀ ਆਏ ਨੇ, ਕਈ ਵਾਰ ਦਿੱਲੀ ਦਾ ਚੱਕਰ ਲਗਾ ਕੇ ਆਏ ਨੇ, ਇਸ ਅੰਦੋਲਨ ਦਾ ਹਿੱਸਾ ਬਣੇ ਨੇ। ਉਹਨਾਂ ਨਾਲ ਗੱਲ ਕਰਦੇ ਹਾਂ। ਹਰਪ੍ਰੀਤ ਜੀ, ਪਹਿਲਾਂ ਤਾਂ ਪੰਜਾਬ ਵਾਇਰ ਨਿਊਜ਼ 'ਤੇ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਤੇ ਤੁਹਾਡੇ ਜਿੰਨੇ ਦੇਸ਼ ਵਿਦੇਸ਼ ਦੇ ਸਰੋਤੇ ਨੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ, ਸਾਰਿਆਂ ਨੂੰ ਜੀਓ ਆਇਆਂ ਜੀ। ਹਰਪ੍ਰੀਤ ਜੀ, 6 ਵਾਰ ਦੀ ਮੀਟਿੰਗ ਹੋ ਗਈ ਹੈ, ਸਰਕਾਰ ਝੁਕ ਗਈ ਹੈ। ਕਿਹਾ ਜਾ ਸਕਦਾ ਕਿ ਸਰਕਾਰ ਜਿਹੜੀ ਹੈ ਤੁਹਾਡੀਆਂ ਹਰ ਇੱਕ ਮੰਗਾਂ ਨੂੰ ਮੰਨਣ ਨੂੰ ਤਿਆਰ ਹੈ। MSP ਉਹ ਕਹਿ ਰਹੇ ਉਹਦੀ ਗਰੰਟੀ ਦੇਣ ਨੂੰ ਤਿਆਰ ਆ। ਮੰਡੀਆਂ ਜਿਹੜੀਆਂ ਉਹ ਬੰਦ ਨਹੀਂ ਹੋਣਗੀਆਂ, ਖਰੀਦ ਸਰਕਾਰੀ ਵੀ ਹੋਏਗੀ। ਫਿਰ ਰੇੜਕਾ ਕਿਉਂ ਇਹ 3 ਜਿਹੜੇ ਕਾਨੂੰਨ ਨੇ ਉਹਨਾਂ ਨੂੰ ਰੱਦ ਕਰਾਉਣ ਦੀ ਮੰਗ ਤੇ ਕਿਉਂ ਅੜੇ ਹੋਏ ਨੇ ਕਿਸਾਨ ਜਥੇਬੰਦੀਆਂ ਔਰ ਜਿਹੜੇ ਕਿਸਾਨ ਉੱਤੇ ਲਗਾਤਾਰ ਅੰਦੋਲਨ ਕਰ ਰਹੇ ਨੇ? ਆਖਰਕਾਰ ਉਹਨਾਂ ਦੇ ਇਸ ਜ਼ਿੱਦ ਦਾ ਪ੍ਰਮੁੱਖ ਕਾਰਨ ਕੀ ਹੈ? ਲਗਭਗ ਹੁਣ ਤੱਕ 6 ਮੀਟਿੰਗਾਂ ਜਿਹੜੀਆਂ ਨੇ ਉਹ ਕਿਸਾਨ ਜਥੇਬੰਦੀਆਂ ਦੀਆਂ ਹੋਈਆਂ ਨੇ ਕੇਂਦਰ ਸਰਕਾਰ ਦੇ। ਜਿਹੜੀਆਂ ਪਹਿਲੀ ਮੀਟਿੰਗ ਹੋਈ ਆ ਉਹਦੇ ਵਿੱਚ ਜੁਆਇੰਟ ਸੈਕਟਰੀ ਖੇਤੀਬਾੜੀ ਦੇ ਉਹੀ ਆਏ ਆ, ਉਹਦੇ ਵਿੱਚ ਕੋਈ ਮੰਤਰੀ ਨਹੀਂ ਸੀ ਆਇਆ। ਤੇ ਉਦੋਂ ਕਿਸਾਨ ਜਥੇਬੰਦੀਆਂ ਨੇ ਬਾਹਰ ਆਣ ਕੇ ਉਹ ਮੀਟਿੰਗ ਅਟੈਂਡ ਕੀਤੀ, ਪਰ ਬਾਹਰ ਆਣ ਕੇ ਉਹਨਾਂ ਨੇ ਦੱਸ ਦਿੱਤਾ ਕਿ ਕੋਈ ਵੀ ਮੰਤਰੀ ਜਿਹੜਾ ਕੇਂਦਰ ਦਾ ਨਹੀਂ ਉਸ ਮੀਟਿੰਗ ਦੇ ਵਿੱਚ ਬੈਠਾ। ਉਸ ਤੋਂ ਬਾਅਦ ਫਿਰ ਮੀਟਿੰਗਾਂ ਹੋਣੀਆਂ ਸ਼ੁਰੂ ਹੋਈਆਂ। ਖੇਤੀਬਾੜੀ ਜਿਹੜੇ ਮੰਤਰੀ ਆ ਨਰਿੰਦਰ ਤੋਮਰ, ਪਿਊਸ਼ ਗੋਇਲ ਤੇ ਸੋਮ ਪ੍ਰਕਾਸ਼, ਇਹਨਾਂ ਨਾਲ ਜਿਹੜੀਆਂ ਮੀਟਿੰਗਸ ਹੋਈਆਂ ਉਹਦੇ ਵਿੱਚ ਪਹਿਲਾਂ ਤੇ ਸਰਕਾਰ ਇਹ ਵੀ ਨਹੀਂ ਮੰਨਦੀ ਕਿ ਇਹਦੇ ਵਿੱਚ ਕੋਈ ਅਮੈਂਡਮੈਂਟ ਦੀ ਲੋੜ ਆ ਜੀ, ਕਿਉਂਕਿ ਉਹ ਕਹਿੰਦੇ ਕਿ ਇਹ ਬਿੱਲ ਜਿਹੜੇ ਆ ਅਸੀਂ ਕਿਸਾਨੀ ਨੂੰ ਬਚਾਉਣ ਦੇ ਲਈ, ਕਿਸਾਨੀ ਦੀ ਆਮਦਨ ਦੁੱਗਣੀ ਕਰਨ ਦੇ ਲਈ ਬਣਾਏ ਆ। ਪਰ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਹਿੰਦੁਸਤਾਨ ਦੇ ਕਿਸਾਨਾਂ ਨੂੰ ਪਤਾ ਲੱਗ ਗਿਆ ਕਿ ਇਹ ਬਿੱਲ ਜਿਹੜੇ ਆ ਇਹ ਸਿਰਫ ਖੇਤੀਬਾੜੀ ਨੂੰ ਤਬਾਹ ਕਰਨ ਦਾ ਇੱਕ ਜ਼ਰੀਆ ਵਾ। ਸਰਕਾਰ ਨੂੰ ਟੇਬਲ ਤੇ ਜਦੋਂ ਟਾਕ ਹੋਈ ਉਹਦੇ ਵਿੱਚ ਉਹਨਾਂ ਨੂੰ ਮੰਨਣਾ ਪਿਆ ਕਿ ਇਹ ਬਿੱਲ ਜਿਹੜੇ ਆ ਇਹਦੇ ਵਿੱਚ ਕਾਫੀ ਜਿਹੜੀਆਂ ਕਮੀਆਂ ਵਾ। ਇਹ ਔਨ ਰਿਕਾਰਡ ਆ। ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਜੀ, ਪਿਊਸ਼ ਗੋਇਲ ਜੀ ਤੇ ਸੋਮ ਪ੍ਰਕਾਸ਼ ਜੀ, ਉਹ ਮੀਟਿੰਗ ਦੀਆਂ ਜਿੰਨੀਆਂ ਪ੍ਰੈਸ ਕਾਨਫਰੰਸ ਆ ਵੇਖ ਲਓ, ਔਨ ਰਿਕਾਰਡ ਆ, ਉਹ ਮੰਨਦੇ ਪਏ ਆ ਕਿ ਇਹਦੇ ਵਿੱਚ ਅਮੈਂਡਮੈਂਟ ਦੀ ਲੋੜ ਆ। ਪਰੰਤੂ ਫਿਰ ਇੱਕ ਲਾਸਟ ਮੀਟਿੰਗ ਅਮਿਤ ਸ਼ਾਹ ਜੀ ਨਾਲ ਹੋਈ। ਕਿਸਾਨ ਜਥੇਬੰਦੀਆਂ ਦੀ ਮੇਨ ਡਿਮਾਂਡ ਇਹੀ ਆ ਕਿ ਤਿੰਨੋਂ ਦੇ ਤਿੰਨੋਂ ਬਿੱਲ ਜਿਹੜੇ ਆ ਉਹ ਵਾਪਸ ਲਏ ਜਾਣ। ਸੈਕੰਡਲੀ MSP ਦਾ ਕਹਿੰਦੇ ਪਏ ਜੇ। MSP ਪਹਿਲਾਂ ਅੱਜ ਤੋਂ ਜਿੰਨੀਆਂ ਪਿਛਲੀਆਂ ਪ੍ਰੈਸ ਕਾਨਫਰੰਸ ਆ ਮਾਣਯੋਗ ਨਰਿੰਦਰ ਤੋਮਰ ਜੀ ਦੀਆਂ, ਹੋਰ ਜਿਹੜੇ ਉੱਥੇ ਮੰਤਰੀ ਨੇ ਉਹਨਾਂ ਦੀਆਂ, MSP ਲਿਖਤੀ ਦੇਣ ਨੂੰ ਤਿਆਰ ਨਹੀਂ ਸੀ। ਪਰ ਅੱਜ 25 ਤਰੀਕ ਨੂੰ ਜਿਹੜਾ ਜੁਆਇੰਟ ਸੈਕਟਰੀ ਵਿਵੇਕ ਅਗਰਵਾਲ, ਉਹਨਾਂ ਦਾ ਜਿਹੜਾ ਹੁਣ ਜਥੇਬੰਦੀਆਂ ਨੂੰ ਪੱਤਰ ਆਇਆ ਫਿਰ ਮੀਟਿੰਗ ਦਾ, ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਅਸੀਂ MSP ਵੀ ਲਿਖਤੀ ਦੇਣ ਨੂੰ ਤਿਆਰ ਹਾਂ। ਪਰੰਤੂ MSP ਦਾ ਕੀ ਆ? ਵੇਖੋ, ਪਹਿਲਾਂ ਵੀ ਤੇ MSP ਸਾਰੀਆਂ ਫਸਲਾਂ ਤੇ ਹੈਗੀ ਆ, ਪਰੰਤੂ ਮਿਲਦੀ ਨਹੀਂ। ਹੁਣ ਮੈਂ ਫਾਰ ਐਗਜ਼ਾਮਪਲ ਲਾਵਾਂ, ਮੱਕੇ ਦੀ ਗੱਲ ਕਰਾਂ ਤੇ ਮੱਕੇ ਦੀ MSP ਦਾ ਰੇਟ ਕੀ ਸੀ? ਤੇ ਮੱਕਾ ਸਿਰਫ 700-800 ਰੁਪਏ ਪਰ ਕੁਇੰਟਲ ਵਿਕਿਆ। ਪਰ ਉਹਦੇ ਵਿੱਚ ਮੈਂ ਤੁਹਾਨੂੰ ਰੋਕਣਾ ਚਾਹਾਂਗਾ, ਕੱਲ ਮੈਂ ਤਰੁਣ ਚੁੱਗ ਦੇ ਨਾਲ ਇਸੇ ਜਿਹੜੇ ਭਾਜਪਾ ਦੇ ਰਾਸ਼ਟਰੀ ਮਹਾਸਚਿਵ ਹੈ, ਇਹੀ ਮੈਂ ਉਹਨਾਂ ਨੂੰ ਪੁੱਛਿਆ ਕਿ MSP ਤੁਸੀਂ ਕਹਿ ਰਹੇ ਹੋ ਦਿਆਂਗੇ, ਸਿਰਫ ਝੋਨਾ ਤੇ ਕਣਕ ਦੀ MSP ਉਹ ਵੀ ਪੂਰੀ ਨਹੀਂ ਮਿਲਦੀ, ਲੇਕਿਨ ਫਿਰ ਵੀ ਕਾਫੀ ਹੱਦ ਤੱਕ ਮਿਲ ਜਾਂਦੀ ਹੈ। ਮੱਕੀ ਦੀ ਜਿਹੜੀ MSP ਹੈ ਜਾਂ ਕਪਾਹ ਦੀ ਹੈ ਜਾਂ ਜਿਹੜੀਆਂ ਹੋਰ ਫਸਲਾਂ ਦੀ, ਉਹਦੀ MSP ਨਹੀਂ ਮਿਲਦੀ। ਉਹਨਾਂ ਨੇ ਸਾਫ਼ ਕਿਹਾ ਕਿ ਜਿਹੜੀ ਵੀ MSP ਹੈ ਜਿਹੜੀ ਉਹਦੀ ਜੇ ਖਰੀਦ ਕਰਵਾਉਣੀ ਹੈ ਤਾਂ ਸਰਕਾਰ ਜਿਹੜੀ ਹੈ, ਸਟੇਟ ਗਵਰਨਮੈਂਟ ਉਹ ਸੈਂਟਰ ਨੂੰ ਕਹੇਗੀ
ਇਹ ਮੱਕੀ ਦੀ ਹੈ ਜਾਂ ਦਾਲਾਂ ਦੀ ਹੈ ਜਾਂ ਕਪਾਹ ਦੀ ਹੈ, ਇਹਦੀ ਤੁਸੀਂ ਖਰੀਦ ਕਰੋ ਜਾਂ ਸਰਕਾਰੀ ਏਜੰਸੀਆਂ ਖਰੀਦ ਕਰਨ ਤਾਂ ਹੀ ਉਹ ਕਰੇਗੀ। ਕਿ ਇਸ ਤਰ੍ਹਾਂ ਦੀ ਕੋਈ ਗੱਲਬਾਤ ਹੈਗੀ ਹੈ? ਨਹੀਂ, ਵੇਖੋ ਇਹਦੇ ਵਿੱਚ ਕੀ ਹੁੰਦਾ ਕਿ ਜਦੋਂ MSP, ਕਿਉਂਕਿ ਇਹ ਕਹਿੰਦੇ ਹੈਗੇ ਆ ਕਿ ਅਸੀਂ ਦਿੰਨੇ ਆ, ਇਹ ਅਸੀਂ ਛੇੜਨੀ ਨਹੀਂ, ਅਨਾਉਂਸ ਕਰ ਦਿਓਗੇ। ਜਿਵੇਂ ਹੁਣ ਤੁਸੀਂ ਇੱਕ ਪ੍ਰਾਈਵੇਟ ਸੈਕਟਰ ਪੈਰਲਲ ਖੜਾ ਕਰਨਾ ਚਾਹੁੰਦੇ ਜੇ ਮੰਡੀਆਂ ਦਾ ਜੀ, ਤੇ ਇੱਕ ਗਵਰਨਮੈਂਟ ਮੰਡੀਆਂ ਸਰਕਾਰੀ ਖਰੀਦ ਆ। ਹੁਣ ਲਾ ਲਓ ਤੁਸੀਂ ਉੱਥੇ ਬੈਠੇ ਅਨਾਉਂਸ ਕਰ ਦਿੰਦੇ ਕਿ MSP ਇਸ ਚੀਜ਼ ਦੀ ਇੰਨੀ, ਕਿਸਾਨ ਦੀ ਮੇਨ ਮੰਗ ਆ ਕਿ MSP ਨੂੰ ਗਰੰਟਡ ਦਾ ਮੀਨਸ ਇਹ ਆ ਕਿ MSP ਜੇ ਤੁਸੀਂ 1800 1900 ਨਿਸ਼ਚਿਤ ਕੀਤੀ ਹੈ ਤੇ ਉਦੋਂ ਥੱਲੇ ਨਹੀਂ ਖਰੀਦ ਹੋਣੀ ਚਾਹੀਦੀ। ਜਦੋਂ ਕਿ ਮਾਰਕੀਟ ਦੇ ਵਿੱਚ ਉਲਟ ਹੁੰਦਾ ਪਿਆ ਕਿ ਕਿਸੇ ਚੀਜ਼ ਦਾ, ਮੈਂ ਐਗਜ਼ਾਮਪਲ ਹੁਣੇ ਜਿਵੇਂ ਮੱਕੇ ਦੀ ਦਿੱਤੀ ਆ, ਜਵਾਰ ਦੀ ਦਿੱਤੀ ਆ, ਦਾਲਾਂ ਦੀ ਦਿੱਤੀ ਆ, ਹੋਰ ਅਦਰ ਵੇਖੋ ਜਿੰਨੀਆਂ ਐਗਜ਼ਾਮਪਲ ਨੇ, ਉਹਦੇ ਵਿੱਚ ਕੀ ਹੁੰਦਾ ਕਿ ਜਿਹੜੀ MSP ਰੇਟ ਆ ਲਾ ਲਓ ਜੇ 1800 ਆ 1500 ਅਨਾਉਂਸ ਕੀਤਾ ਤੇ ਵਿਕਦੀ ਉਹਦੇ ਅੱਧ ਰੇਟ ਤੇ ਆ ਜੀ। ਅਸਲ ਦੇ ਵਿੱਚ ਇਹ ਚੀਜ਼ ਜਿਹੜੀ ਆ ਕਿਸਾਨ ਚਾਹੁੰਦਾ ਕਿ ਜੇ ਉਹਦੀ MSP ਦਾ ਰੇਟ ਤੁਸੀਂ 1800 ਕੀਤਾ, ਚਾਹੇ ਕੋਈ ਪ੍ਰਾਈਵੇਟ ਸੈਕਟਰ ਆ, ਚਾਹੇ ਉਹ ਸਰਕਾਰੀ ਮੰਡੀ ਆ, ਚਾਹੇ ਜਿਵੇਂ ਤੁਸੀਂ ਪੈਰਲਰ ਇੱਕ ਪ੍ਰਾਈਵੇਟ ਸੈਕਟਰ ਨੂੰ ਬੜਾਵਾ ਦੇਣਾ ਚਾਹੁੰਦੇ ਜੇ, ਉਹ MSP ਤੋਂ ਘੱਟ ਨਾ ਖਰੀਦੇ। ਤੇ ਇਹ ਸਟੇਟ ਦਾ ਨਹੀਂ ਹੁੰਦਾ, ਇਹ ਤੇ ਜਦੋਂ ਤੁਸੀਂ MSP ਜਦੋਂ ਅਨਾਉਂਸ ਕਰਦੀ ਆ ਸੈਂਟਰ ਗਵਰਨਮੈਂਟ ਤੇ ਉਹਨੇ ਸ਼ੋਰ ਕਰਨਾ ਹੁੰਦਾ ਕਿ ਇਸ ਤੋਂ ਥੱਲੇ ਨਹੀਂ ਖਰੀਦਾ ਜਾਵੇ, ਉਸ ਤੋਂ ਉੱਪਰ ਜਿਹੜਾ ਵਾ ਨਾ ਉਹ MSP ਦੇ ਰੇਟ ਦਾ ਜਿਹੜਾ ਬਰਾਬਰ ਦਾ। ਇੱਕ ਹੋਰ ਚੀਜ਼ ਜਿਹੜੀ ਖਦਸ਼ਾ ਕਿਸਾਨ ਹਮੇਸ਼ਾ ਪ੍ਰਗਟਾਉਂਦੇ ਰਹਿੰਦੇ ਨੇ ਕਿ MSP ਉਹ ਕਹਿ ਰਹੇ ਅਸੀਂ ਲਿਖ ਕੇ ਦਿਆਂਗੇ, MSP ਆਪਾਂ ਗਰੰਟਿਡ ਕਰ ਦਿੰਦੇ MSP ਹੋਏਗੀ, ਪਰ ਕਿਆ ਉਹ ਇਹ ਵੀ ਲਿਖ ਕੇ ਦੇ ਰਹੇ ਨੇ ਕਿ ਸਰਕਾਰੀ ਖਰੀਦ ਏਜੰਸੀਆਂ ਖਰੀਦ ਕਰਨਗੀਆਂ ਮੰਡੀਆਂ 'ਚੋਂ ਜਾਂ ਸਿਰਫ ਪ੍ਰਾਈਵੇਟ ਸੈਕਟਰ ਹੀ ਕਰੇਗਾ? ਫਿਰ ਉਹੀ ਚੀਜ਼ ਮੈਂ ਜਿਹੜੀ ਆਪਾਂ ਹੁਣੇ ਡਿਸਕਸ ਕਰਦੇ ਹਟੇ ਆ ਕਿ ਜੇ ਤੇ ਪਾਰਲਰ ਇਹ ਇੱਕ ਆਪਣਾ ਪ੍ਰਾਈਵੇਟ ਸੈਕਟਰ ਜਿਹੜਾ ਪ੍ਰਾਈਵੇਟ ਮੰਡੀਆਂ ਨੂੰ ਬੜਾਵਾ ਦੇਣਾ ਚਾਹੁੰਦੇ ਆ, ਉਹ ਚੀਜ਼ ਦਾ ਹੀ ਤੇ ਰੌਲਾ। ਕਿਉਂਕਿ ਸਾਡੇ ਪੰਜਾਬ ਤੇ ਹਰਿਆਣੇ ਦਾ ਜਿਹੜਾ ਮੰਡੀ ਸਟਰਕਚਰ ਆ, ਮੰਡੀ ਬੋਰਡ ਆ, ਇਹ ਬੜਾ ਵਧੀਆ ਤਰੀਕੇ ਨਾਲ ਕੰਮ ਕਰਦਾ ਪਿਆ ਵਾ। ਉਹਦੇ ਲਾ ਲਓ ਜਿਵੇਂ ਪ੍ਰਾਈਵੇਟ ਪਲੇਅਰ ਨੂੰ ਇਹਨਾਂ ਨੇ ਇੱਕ ਦੇਤਾ ਕਿ ਉਹ ਸਿਰਫ ਇੱਕ ਜਸਟ ਆਪਣਾ ਪੈਨ ਕਾਰਡ ਜਾਂ ਆਧਾਰ ਕਾਰਡ ਦਿਖਾ ਕੇ ਖਰੀਦ ਕਰਕੇ ਜਾ ਸਕਦਾ, ਨਾ ਉਹਨੂੰ ਕੋਈ ਲਾਇਸੈਂਸ ਲੈਣਾ ਪਵੇਗਾ, ਨਾ ਉਹਨੂੰ ਕੋਈ ਮੰਡੀ ਫੀ ਦੇਣੀ ਪਵੇਗੀ। ਜਦੋਂ ਕਿ ਇਹ ਬਿਲਕੁਲ ਹੀ ਗਲਤ ਤਰੀਕਾ ਮੰਡੀ ਕਰਨ ਦਾ, ਬਿਲਕੁਲ ਗਲਤ ਤਰੀਕਾ, ਕਿਉਂਕਿ ਪੈਨ ਕਾਰਡ ਵਿਖਾ ਕੇ ਤੇ ਕੋਈ ਵੀ ਖਰੀਦ ਕਰਕੇ ਇੱਥੋਂ ਲੈ ਜਾ ਸਕਦਾ ਜੀ। ਉਹਦਾ ਕੰਪਨੀ ਲਾਇਸੈਂਸ ਨਹੀਂ ਹੋਏਗਾ, ਕੁਝ ਨਹੀਂ ਹੋਏਗਾ ਜੀ। ਬਿਲਕੁਲ। ਜੇ MSP ਦੀ ਤੁਸੀਂ ਹੁਣੇ ਗੱਲ ਛੇੜੀ, ਕਪਾਹ ਦੀ ਨਹੀਂ ਪੂਰੀ ਮਿਲਦੀ ਜਾਂ ਦੂਸਰੀਆਂ ਦੀ ਨਹੀਂ ਮਿਲਦੀ, ਲਿਖ ਕੇ ਦੇਣ ਨੂੰ ਤਿਆਰ ਨੇ ਤੁਹਾਨੂੰ, ਠੀਕ ਹੈ, ਪਰ ਕਿਸਾਨ ਜਥੇਬੰਦੀਆਂ ਦਾ ਇਹ ਵੀ ਕਹਿਣਾ ਹੈ ਕਿ ਸੰਸ਼ੋਧਨ ਦੀ ਗੱਲ ਕਰ ਰਹੇ ਨੇ। ਮੈਂ ਉਹਨਾਂ ਨੂੰ ਪੁੱਛਿਆ ਸੰਸ਼ੋਧਨ ਕਿਉਂ ਨਹੀਂ ਮੰਨਦੇ ਪਏ ਤੁਸੀਂ? ਉਹਨਾਂ ਦਾ ਇਹੀ ਕਹਿਣਾ ਸੀ ਕਿ ਸੰਸ਼ੋਧਨ ਜੇ ਮੰਨ ਲੈਂਦੇ ਤੇ ਉਹੀ ਗੱਲ ਹੋਈ ਕਿ ਕਿਲੋ ਜ਼ਹਿਰ ਹੈਗਾ ਉਹਦਾ ਅੱਧਾ ਕਿਲੋ ਕਰ ਲਓ, ਮਰਨਾ ਤਾਂ ਹੀ ਹੈ। ਤੇ ਤਰੁਣ ਚੁੱਗ ਨਾਲ ਜਦੋਂ ਮੈਂ ਇਹ ਗੱਲ ਕੀਤੀ, ਉਹ ਕਹਿੰਦੇ ਨਹੀਂ, ਇਹ ਜ਼ਹਿਰ ਨਹੀਂ ਹੈ, ਸ਼ਹਿਦ ਹੈ, ਕਿਲੋ ਦੀ ਜਗ੍ਹਾ 1.5 ਕਿਲੋ ਸ਼ਹਿਦ ਦੇ ਰਹੇ ਆ, ਕਿਉਂਕਿ ਇਹ ਜਿਹੜੇ ਕਾਨੂੰਨ ਨੇ ਇਹਦੇ ਨਾਲ ਕਿਸਾਨਾਂ ਦੀ ਆਮਦਨ ਜਿਹੜੀ 2 ਗੁਣਾ 3 ਗੁਣਾ 4 ਗੁਣਾ ਤੱਕ ਵਧੇਗੀ। ਮੇਰਾ ਇੱਕੋ ਹੀ ਤਰੁਣ ਚੁੱਗ ਜੀ ਨੂੰ ਸਵਾਲ ਆ ਕਿ ਕਿਹੜੇ ਕਿਸਾਨ ਜਥੇਬੰਦੀਆਂ ਨੇ ਜਾਂ ਕਿਹੜੀ ਸਟੇਟ ਦੇ ਕਿਸਾਨਾਂ ਨੇ ਸੈਂਟਰ ਗਵਰਨਮੈਂਟ ਕੋਲੋਂ ਜਾਂ BJP ਦੀ ਗਵਰਨਮੈਂਟ ਕੋਲੋਂ ਡਿਮਾਂਡ ਕੀਤੀ ਹੈ ਕਿ ਸਾਨੂੰ ਜਿਹੜਾ ਵਾ ਆ ਤੁਸੀਂ ਫਾਇਦੇ ਦੇਣਾ ਚਾਹੁੰਦੇ ਜੇ ਸਾਨੂੰ ਦਿਓ ਜੀ? ਕਿਸੇ ਜਥੇਬੰਦੀ ਨੇ ਨਹੀਂ, ਕਿਸੇ ਕਿਸਾਨ ਨੇ ਨਹੀਂ, ਕਿਸੇ ਮਜ਼ਦੂਰ ਨੇ ਨਹੀਂ, ਕਿਸੇ ਨੇ ਨਹੀਂ ਇਹਨਾਂ ਕੋਲ ਡਿਮਾਂਡ ਕੀਤੀ ਕਿ ਸਾਨੂੰ ਤੁਸੀਂ 1.5 ਕਿਲੋ ਸ਼ਹਿਦ ਦਿਓ ਜੀ। ਅਸੀਂ ਕਹਿੰਦੇ ਆ ਤੁਸੀਂ ਸਾਨੂੰ ਕੁਝ ਨਾ ਦਿਓ, ਸਾਡੀਆਂ ਡਿਮਾਂਡ ਇਹ ਆ ਕਿ ਤਿੰਨੋਂ ਦੇ ਤਿੰਨੋਂ ਬਿੱਲ ਵਾਪਸ ਲੈ ਜਾਣ। ਸੈਕੰਡਲੀ, BJP ਦੀ ਕੱਲ ਹੀ ਮੈਂ ਇੱਕ ਖਬਰ ਪੜ੍ਹਦਾ ਪਿਆ ਸੀ, ਇਹਨਾਂ ਦਾ ਝੂਠ ਤੇ ਇੱਥੋਂ ਹੀ ਪਤਾ ਲੱਗ ਜਾਂਦਾ ਕਿ 12,200 ਕੁਝ ਜਿਹੜੇ ਕਿਸਾਨ ਆ ਪੰਜਾਬ ਦੇ ਕਿਸਾਨ ਜਿਹੜੇ ਆ ਉਹ ਫੇਵਰ 'ਚ ਨੇ। ਮੈਂ ਕਹਿੰਦਾ ਇੱਕ ਵੀ ਔਨ ਰਿਕਾਰਡ, ਮੈਂ ਤੁਹਾਡੇ ਮੀਡੀਆ ਦੇ ਥਰੂ ਵੀ ਕਹਿੰਦਾ, ਇੱਕ ਵੀ ਕਿਸਾਨ ਮੈਨੂੰ ਦਿਖਾ ਦੇਣ ਮੀਡੀਆ ਤੇ ਆਣ ਕੇ ਮੁਖਾਤਬ ਹੋ ਕੇ ਕਹਿ ਦੇ ਪੰਜਾਬ ਦਾ ਕਿ ਇਹ ਫਾਇਦੇਮੰਦੀ ਬਿੱਲ ਨੇ, ਇਹ ਅਸੀਂ ਡਿਮਾਂਡ ਕੀਤੀ ਸੀ। ਸੈਕੰਡ, ਦੂਸਰੀ ਚੀਜ਼ ਇਹਦੇ ਵਿੱਚ ਕੀ ਆ ਕਿ ਜਿਵੇਂ ਹੁਣ ਨਰਿੰਦਰ ਤੋਮਰ ਜੀ ਵੀ ਬਾਰ-ਬਾਰ ਆਣ ਕੇ ਪ੍ਰੈਸ ਦੇ ਵਿੱਚ ਦਿੰਦੇ ਨੇ ਕਿ ਮੈਨੂੰ ਜਥੇਬੰਦੀਆਂ ਨੇ ਆਣ ਕੇ ਫੇਵਰ ਦਿੱਤਾ ਜੀ, ਆ ਵੇਖੋ ਜੀ ਉਹਨਾਂ ਨੇ ਡਿਮਾਂਡ ਕੀਤੀ ਆ, ਉਹ ਸਾਨੂੰ ਕਹਿ ਰਿਹਾ ਕਿ ਇਹ ਬਿੱਲ ਅੱਛੇ ਆ। ਮੈਂ ਕਹਿੰਦਾ ਫਿਰ ਤੁਹਾਡੇ ਮੀਡੀਆ ਦੇ ਥਰੂ ਇੱਕ ਗੱਲ ਕਹਿਣਾ ਕਿ ਨਰਿੰਦਰ ਤੋਮਰ ਜੀ ਵੀ ਉਹ ਜਥੇਬੰਦੀਆਂ ਦਾ ਨੇਮ ਤੇ ਮੈਂਸ਼ਨ ਕਰਨ,
ਬਾਰ-ਬਾਰ ਨਰਿੰਦਰ ਤੋਮਰ ਜੀ ਇੱਕੋ ਗੱਲ ਕਹਿ ਦਿੰਦੇ ਪ੍ਰੈਸ ਕਾਨਫਰੰਸ 'ਚ ਆਣ ਕੇ ਕਿ ਵੇਖੋ ਜੀ ਕਿਸਾਨ ਜਥੇਬੰਦੀਆਂ ਸਾਡੇ ਫੇਵਰ 'ਚ ਆ ਗਈਆਂ। ਇੱਕ ਵੀ ਕਿਸਾਨ ਜਥੇਬੰਦੀ ਦਾ ਨਾਂ ਅੱਜ ਤੱਕ ਮੈਂਸ਼ਨ ਨਹੀਂ ਕੀਤਾ। ਕਿਉਂਕਿ ਉਹ ਜਿਹੜੀਆਂ ਕਿਸਾਨ ਜਥੇਬੰਦੀਆਂ ਜਿਹੜੀਆਂ ਉਹ ਆਪਣੇ ਕੋਲੋਂ ਬੀਜੇਪੀ ਦੇ ਜਿਹੜੇ ਲਾ ਲਓ ਉਹਨਾਂ ਦੇ ਕੁਝ ਵੋਟਰ ਸਪੋਰਟਰ ਹੁੰਦੇ ਆ, ਉਹਨਾਂ ਨੂੰ ਖੜਿਆ ਕਰਕੇ ਉਹ ਕਿਸਾਨਾਂ ਨੂੰ ਇੱਕ ਭਰਮ ਜਿਹੜਾ ਵਾ, ਉਹ ਇੱਕ ਭੁਲੇਖਾ ਜਿਹੜਾ ਵਾ ਪਾਉਣ ਦੀ ਕੋਸ਼ਿਸ਼ ਆ। ਅਦਰਵਾਈਜ਼ ਕਿਸੇ ਨੇ ਕੋਈ ਡਿਮਾਂਡ ਨਹੀਂ ਕੀਤੀ, ਸਾਡੀ ਕੋਈ ਡਿਮਾਂਡ ਨਹੀਂ ਆ, ਸਾਨੂੰ ਸਾਡੇ ਹਾਲ ਤੇ ਛੱਡ ਦਿੱਤਾ ਜਾਵੇ। ਜਿਹੜੇ ਕਿਸਾਨ ਨੇ, ਮਜ਼ਦੂਰ ਨੇ, ਉਹਨਾਂ ਨੂੰ ਉਹਨਾਂ ਦੇ ਹਾਲ ਤੇ ਛੱਡੋ। ਅਸੀਂ ਕਦੀ ਡਿਮਾਂਡ ਕੀਤੀ ਨਹੀਂ ਕਿ ਸਾਨੂੰ ਕਿਲੋ ਜ਼ਹਿਰ ਦਿਓ ਜਾਂ ਕਿਲੋ ਸ਼ਹਿਦ ਦਿਓ ਜਾਂ 1.5 ਕਿਲੋ ਸ਼ਹਿਦ ਦਿਓ, ਸਾਡੀ ਕੋਈ ਡਿਮਾਂਡ ਨਹੀਂ। ਪਰ ਇੱਕ ਡਿਮਾਂਡ ਤੇ ਹਮੇਸ਼ਾ ਰਹੀ ਹੈ ਕਿਸਾਨ ਜਥੇਬੰਦੀਆਂ ਦੀ, ਕਿਸਾਨਾਂ ਦੀ, ਕਿ ਸਵਾਮੀਨਾਥਨ ਰਿਪੋਰਟ ਜਿਹੜੀ ਹੈ ਉਹ ਜਾਰੀ ਕੀਤੀ ਜਾਵੇ। ਤੁਸੀਂ ਸਵਾਮੀਨਾਥਨ ਰਿਪੋਰਟ ਪੜ੍ਹੀ ਹੈ? ਔਰ ਦੂਸਰਾ ਸਵਾਲ ਮੇਰਾ ਇਹ ਹੈ ਕਿ ਤਰੁਣ ਚੁੱਗ ਦੇ ਨਾਲ ਹੀ ਮੈਂ ਗੱਲ ਕਰ ਰਿਹਾ ਸੀ, ਉਹਨਾਂ ਨੇ ਇਹੀ ਕਿਹਾ ਕਿ ਸਵਾਮੀਨਾਥਨ ਰਿਪੋਰਟ ਦੇ ਮੁਤਾਬਕ ਹੀ ਇਹ ਜਿਹੜੇ 3 ਬਿੱਲ ਲਿਆਂਦੇ ਗਏ, ਉਹਨਾਂ ਨੂੰ ਕਾਨੂੰਨ ਬਣਾਇਆ ਗਿਆ। ਸਵਾਮੀਨਾਥਨ ਰਿਪੋਰਟ ਦਾ ਹਿੱਸਾ ਹੈ ਜਿਹੜਾ ਕਾਂਗਰਸ ਕਹਿੰਦੀ ਰਹੀ ਹੈ, ਪਰ ਕਾਂਗਰਸ ਨੇ ਕਦੀ ਨਹੀਂ ਕੀਤਾ। ਔਰ ਸੈਂਟਰ ਦੀ ਨਰਿੰਦਰ ਮੋਦੀ ਸਰਕਾਰ ਨੇ ਸਵਾਮੀਨਾਥਨ ਰਿਪੋਰਟ ਨੂੰ ਇਨ ਬਿੱਲ ਲਾਗੂ ਕੀਤਾ। ਮੈਂ ਤੁਹਾਡੇ ਸਵਾਮੀਨਾਥਨ ਰਿਪੋਰਟ ਤੋਂ ਇਹ ਗੱਲ ਕਹਿਣਾ ਕਿ ਅੱਜ ਵੀ ਸੁਪਰੀਮ ਕੋਰਟ ਦੇ ਵਿੱਚ ਕੇਂਦਰ ਸਰਕਾਰ ਦਾ ਹੀ ਇੱਕ ਕੇਸ ਚੱਲਦਾ ਪਿਆ ਵਾ, ਜਿਹੜਾ ਕਿ ਜਨ ਹਿੱਤ ਪਟੀਸ਼ਨ ਦਾਇਰ ਕਰਕੇ, ਕਿਉਂਕਿ ਜਦੋਂ ਫਸਟ ਟਾਈਮ ਬੀਜੇਪੀ ਦੀ ਗਵਰਨਮੈਂਟ ਬਣਦੀ ਹੈ ਸੈਂਟਰ ਦੇ ਵਿੱਚ, ਤੇ ਇਹਨਾਂ ਨੇ ਇੱਕ ਵਾਅਦਾ ਕੀਤਾ ਸੀ ਕਿ ਅਸੀਂ ਜਿਹੜੀ ਸਵਾਮੀਨਾਥਨ ਰਿਪੋਰਟ ਆ ਉਹ ਫਾਰਮਰਸ ਤੇ ਇੰਪਲੀਮੈਂਟ ਕਰਾਂਗੇ, ਲਾਗੂ ਕਰਾਂਗੇ, ਉਹਨੇ ਜਿਉਂ ਦੀਆਂ ਤਿਉਂ ਉਹਨਾਂ ਦੀਆਂ। ਪਰੰਤੂ ਫਿਰ ਗਵਰਨਮੈਂਟ ਨੇ ਇਹ ਐਕਸਕਿਊਜ਼ ਸੈਂਟਰ ਦੇ ਸੁਪਰੀਮ ਕੋਰਟ ਦੇ ਵਿੱਚ ਦਿੱਤਾ ਸੀ ਕਿ ਅਸੀਂ ਇਹ ਨਹੀਂ ਅਜੇ ਲਾਗੂ ਕਰ ਸਕਦੇ। ਇਹ ਅੱਜ ਵੀ ਜਨ ਹਿੱਤ ਪਟੀਸ਼ਨ ਦੇ ਦਾਇਰ ਦੇ ਮੁਤਾਬਕ ਕੇਸ ਚੱਲਦਾ ਪਿਆ ਜੀ। ਸੈਕੰਡਲੀ, ਜਿਵੇਂ ਤੁਸੀਂ ਕਿਹਾ ਕਿ ਤਿੰਨੋਂ ਬਿੱਲ ਸਵਾਮੀਨਾਥਨ ਦੀ ਰਿਪੋਰਟ ਦੇ ਅਕੋਰਡਿੰਗ ਬਣੇ ਆ, ਮੈਂ ਨਹੀਂ ਕਹਿ ਰਿਹਾ, ਤਰੁਣ ਚੁੱਗ ਜੀ ਕਹਿ ਰਹੇ ਨੇ। ਮੈਂ ਤਰੁਣ ਚੁੱਗ ਜੀ ਨੂੰ ਹੰਬਲੀ ਇੱਕ ਰਿਕਵੈਸਟ ਕਰਦਾ ਕਿ ਓਪਨਲੀ ਉਹ ਡਿਬੇਟ ਰੱਖ ਲੈਣ ਸਵਾਮੀਨਾਥਨ ਰਿਪੋਰਟ ਦੀ, ਤੇ ਸੈਕੰਡਲੀ ਇਹ ਤਿੰਨੋਂ ਬਿੱਲ ਦੀ ਜੀ। ਮੈਂ ਸਵਾਮੀਨਾਥਨ ਰਿਪੋਰਟ ਜਿਹੜੀ ਆ ਆਲਰੇਡੀ ਸਾਰੀ ਸਟੱਡੀ ਕੀਤੀ ਹੋਈ ਆ, ਤਿੰਨੋਂ ਬਿੱਲ ਸਟੱਡੀ ਕੀਤੇ ਹੋਏ ਆ। ਜੇ ਇਹ ਮੈਚ ਕਰ ਜਾਣ ਤੇ ਮੈਂ ਹਰ ਇੱਕ ਤਰ੍ਹਾਂ ਦੇਣਦਾਰ ਆ ਪਬਲਿਕ ਦੇ ਵਿੱਚ, ਓਪਨਲੀ ਇਹ ਮੈਂ ਕਹਿਣਾ ਇਹ ਕੁਝ ਨਹੀਂ ਮੈਚ ਕਰਦਾ ਪਿਆ। ਬਿੱਲ ਜਿਹੜੇ ਆ ਉਹ ਬਿਲਕੁਲ ਮੈਚ ਨਹੀਂ ਕਰਦੇ ਸਵਾਮੀਨਾਥਨ ਰਿਪੋਰਟ ਦੇ ਨਾਲ। ਬਿੱਲ ਜਿਹੜੇ ਆ ਐਂਟੀ ਫਾਰਮਰ ਨੇ। ਸਵਾਮੀਨਾਥਨ ਰਿਪੋਰਟ ਕੀ ਆ ਕਿ ਜਿੰਨਾ ਸਾਡਾ ਲਾਗਤ ਖਰਚਾ ਵਾ ਉਹਦੇ ਨਾਲੋਂ ਉੱਪਰ ਜੀ, ਉਹਦੇ ਜਿਹੜੀ ਆ ਮਾਰਕੀਟ ਪ੍ਰਾਈਸ ਤੋਂ ਉੱਪਰ ਜਿਹੜੀ ਚੀਜ਼ ਸਾਨੂੰ ਮਿਲਣੀ ਚਾਹੀਦੀ ਆ, ਉਹ ਸਾਰੀ ਚੀਜ਼ ਮੈਂ ਓਪਨਲੀ ਕੀ ਹੈਗਾ, ਥੋੜਾ ਜਿਹਾ ਖੁੱਲ ਕੇ ਦੱਸੋ ਕੀ ਸਵਾਮੀਨਾਥਨ ਰਿਪੋਰਟ ਕੀ ਕਹਿੰਦੀ? ਸਵਾਮੀਨਾਥਨ ਰਿਪੋਰਟ ਲਾ ਲਓ ਫਾਰ ਐਗਜ਼ਾਮਪਲ, ਤੁਸੀਂ 10 ਰੁਪਏ ਜਾਂ 20 ਰੁਪਏ ਖਰਚਾ ਕਰਦੇ ਜੇ ਕਿਸੇ ਤੇ, ਉਹ ਸਾਰੇ ਖਰਚਿਆਂ ਤੋਂ ਤੁਸੀਂ 1.5 ਗੁਣਾ ਉੱਪਰ ਜਾ ਕੇ ਉਹਦਾ ਪ੍ਰਾਈਸ ਨਿਸ਼ਚਿਤ ਕਰਕੇ, 1.5-2 ਗੁਣਾ ਪ੍ਰਾਈਸ ਉੱਪਰ ਨਿਸ਼ਚਿਤ ਕਰਕੇ, ਫਿਰ ਉਹਦਾ ਸਾਰਾ ਕਿਸਾਨ ਦੇ ਲਾਗਤ ਖਰਚੇ ਕਰਕੇ ਉਹਦੇ ਕੱਢ ਕੇ ਉਹ ਸਾਰੀ ਚੀਜ਼ ਤੋਂ ਉੱਪਰ ਜਿਹੜਾ ਵਾ ਉਹਦਾ ਪ੍ਰਾਈਸ ਨਿਸ਼ਚਿਤ ਕਰਨਾ ਵਾ ਜਿਹੜੀ ਫਸਲ ਆ। ਫੋਰ ਐਗਜ਼ਾਮਪਲ, ਜੇ 10 ਰੁਪਏ ਖਰਚਾ ਸਾਰਾ ਆਇਆ ਤੇ ਉਹਦਾ 1.5 ਗੁਣਾ ਯਾਨੀ ਕਿ 15 ਰੁਪਏ ਉੱਪਰ ਲਗਾ ਕੇ 25, ਹਾਂਜੀ 25, ਤੇ ਉਸ ਤੋਂ ਬਾਅਦ ਖਰਚੇ ਹੋਰ ਲਾਣੇ ਆ? ਨੋ ਸਾਰੇ ਖਰਚੇ ਕੱਢ ਕੇ, ਜਾਂ ਫਾਰ ਐਗਜ਼ਾਮਪਲ ਉਹਦਾ ਦਵਾਈਆਂ ਦਾ, ਖਾਦਾਂ ਦਾ, ਲੇਬਰ ਦਾ, ਜਿੰਨੇ ਇਹ ਸਾਰੇ ਖਰਚੇ ਪੈ ਕੇ ਉਸ ਤੋਂ ਬਾਅਦ ਉਹਦਾ ਮਾਰਕੀਟ ਪ੍ਰਾਈਸ ਦੇਖ ਕੇ ਫਿਰ ਉੱਪਰ ਉਹਦਾ ਸਰਕਾਰ ਵੱਲੋਂ MSP ਨਿਸ਼ਚਿਤ ਕਰਨੀ ਹੈ ਕਿ ਉਹਦੇ ਸਾਰੇ ਖਰਚੇ ਨਿਕਲਣ, ਫਿਰ ਇਹ ਸਾਰੀ ਚੀਜ਼ ਜਿਹੜੀ ਆ ਨਿਸ਼ਚਿਤ ਹੁੰਦੀ ਹੈ। ਮਤਲਬ ਕਿ 25 ਰੁਪਏ ਦੇ ਹਿਸਾਬ, 25 ਰੁਪਏ ਕਿਲੋ ਦੇ ਹਿਸਾਬ ਨਾਲ ਜੀ ਜੇ ਕਰਨ ਤੇ ਇਸ ਹਿਸਾਬ ਨਾਲ 2500 ਰੁਪਏ ਦੇ ਕਰੀਬ ਇਸ ਟਾਈਮ ਦੀ ਜੇ ਗੱਲ ਕਰੀਏ ਤੇ 2500 ਰੁਪਏ ਕੁਇੰਟਲ ਦੀ MSP ਕਣਕ ਦੀ ਜਾਂ ਝੋਨੇ ਦੀ ਹੋਣੀ ਚਾਹੀਦੀ। ਬਿਲਕੁਲ। ਇੱਕ ਹੋਰ ਚੀਜ਼, ਕਿਸਾਨਾਂ ਦਾ ਜਿਹੜਾ ਸੰਘਰਸ਼ ਚੱਲਿਆ, ਤੁਸੀਂ ਸ਼ੁਰੂ ਤੋਂ ਵੇਖਿਆ 26 ਨਵੰਬਰ ਤੋਂ ਚੱਲ ਰਿਹਾ, ਹਰਿਆਣੇ ਦੇ ਵਿੱਚ ਜੋ ਕੁਝ ਹੋਇਆ, ਹਾਲਾਂਕਿ ਹਰਿਆਣੇ ਦੇ ਜਿਹੜੇ ਕਿਸਾਨ ਨੇ ਉਹ ਵੀ ਤੁਹਾਡੇ ਸੰਘਰਸ਼ ਦੇ ਵਿੱਚ ਜੁੜ ਗਏ, ਪਰ ਇਹ ਪਿੱਛੇ ਜੇ ਇੱਕ ਹਰਿਆਣੇ ਦੇ ਇੱਕ ਮੰਤਰੀ ਨੇ ਕਿਹਾ ਸੀ ਕਿਸਾਨਾਂ ਨੂੰ, ਹਰਿਆਣੇ ਦੇ ਕਿਸਾਨਾਂ ਨੂੰ, ਕਿ ਤੁਸੀਂ ਇਸ ਜਿਹੜੀਆਂ ਮੰਗਾਂ ਕੀਤੀਆਂ ਜਾ ਰਹੀਆਂ ਕਿਸਾਨਾਂ ਵੱਲੋਂ, ਇਹਦੇ ਵਿੱਚ SYL ਦਾ ਮੁੱਦਾ ਵੀ ਜਿਹੜਾ ਆਪਣੀ ਮੰਗ ਇਹ ਵੀ ਰੱਖੋ। ਤੁਸੀਂ ਹਰਿਆਣੇ ਦਿੱਲੀ ਗਏ ਹੋ ਤੇ ਹਰਿਆਣੇ ਦੇ ਵੀ ਕਿਸਾਨ ਮਿਲੇ ਹੋਣਗੇ ਤੁਹਾਨੂੰ, ਉਹਨਾਂ ਦਾ ਕੀ ਕਹਿਣਾ? ਕਿਆ ਉਹ ਵਾਕਈ SYL ਦੀ ਮੰਗ ਕਰ ਰਹੇ ਨੇ? ਮੈਂ ਇਸ ਮੁੱਦੇ ਤੇ SYL ਦੇ ਮੁੱਦੇ ਤੇ ਮੈਂ ਅਖਿਲ ਭਾਰਤੀ ਕਿਸਾਨ ਸਭਾ, ਉਹਨਾਂ ਦਾ ਮੈਮੋਰੰਡਮ, ਉਹਨਾਂ ਦਾ ਮੰਗ ਪੱਤਰ, ਉਹਨਾਂ ਦਾ ਜਿਹੜਾ ਉਹਨਾਂ ਨੇ ਪੈਫਲੇਟ ਛਾਪਿਆ ਹੋਇਆ ਵਾ, ਉਹ ਵੀ ਮੈਂ ਉਹਨਾਂ ਕਿਸਾਨਾਂ ਦੇ ਨਾਲ ਬੈਠ ਕੇ, ਗੁਰਨਾਮ ਸਿੰਘ ਘੜੂਨੀ ਜੀ, ਉਹ
ਅਦਰ ਜਿਹੜੀਆਂ ਜਥੇਬੰਦੀਆਂ ਉਹਨਾਂ ਸਾਰਿਆਂ ਨਾਲ ਬੈਠ ਕੇ ਇਹ ਸਾਰੀ ਚੀਜ਼ ਨੂੰ ਮੈਂ ਪੁੱਛਿਆ ਕਿ SYL ਦੀ ਕੀ ਕੋਈ ਹੈ ਵਾਕਿਆ ਤੁਹਾਡੀ ਇਹਨਾਂ ਦਿਨਾਂ ਦੇ ਵਿੱਚ ਕੋਈ ਡਿਮਾਂਡ ਹੈ ਜੀ। ਉਹਨਾਂ ਇੱਕੋ ਗੱਲ ਕਹੀ ਆ ਕਿ ਭਾਰਤੀ ਜਨਤਾ ਪਾਰਟੀ BJP ਜਨਤਾ ਪਾਰਟੀ ਬਿਲਕੁਲ ਬੁਖਲਾਹਟ ਦੇ ਵਿੱਚ ਆ ਚੁੱਕੀ ਆ ਜੀ। ਜਾਣ ਬੁੱਝ ਕੇ ਇਹ SYL ਦਾ ਮੁੱਦਾ ਉਠਾਇਆ ਜਾ ਰਿਹਾ। ਸਾਡਾ ਮੇਨ ਫੋਕਸ ਇਸੇ ਚੀਜ਼ ਤੇ ਆ ਕਿ ਪਹਿਲਾਂ ਇਹ ਤਿੰਨੋਂ ਦੇ ਤਿੰਨੋਂ ਐਂਟੀ ਫਾਰਮਰ ਬਿੱਲ ਜਿਹੜੇ ਆ ਉਹ ਰਿਪੀਲ ਕੀਤੇ ਜਾਣ, ਉਸ ਤੋਂ ਬਾਅਦ SYL ਦਾ ਮੁੱਦਾ ਅਸੀਂ ਉਸ ਤੋਂ ਬਾਅਦ ਜਿਹੜਾ ਵਾ ਡਿਸਕਸ ਕਰਾਂਗੇ ਜੀ। ਦੂਸਰਾ ਇੱਕ ਮੈਂ ਅੱਜ ਹੀ ਜਿਹੜੇ ਉੱਥੋਂ ਦੇ ਡਿਪਟੀ ਚੀਫ ਮਿਨਿਸਟਰ ਦੁਸ਼ਵੰਤ ਚੌਟਾਲਾ ਉਹਨਾਂ ਦਾ ਅੱਜ ਹੀ ਮੈਂ ਬਿਆਨ ਪੜ੍ਹਦਾ ਪਿਆ ਸੀ ਕਿ ਜਿਹੜੇ ਤਿੰਨੋਂ ਖੇਤੀ ਬਿੱਲ ਨੇ ਉਹਨਾਂ ਦੇ ਵਿੱਚ ਵੱਡੇ ਸੁਧਾਰਾਂ ਦੀ ਲੋੜ ਆ। ਅੱਜ ਹੀ ਅਜੀਤ ਅਖਬਾਰ ਮੈਂ ਪੜ੍ਹਦਾ ਪਿਆ ਸੀ, ਇਹ ਉਹਨਾਂ ਦਾ ਬਿਆਨ ਆ ਕਿ ਉਹਦੇ ਵਿੱਚ ਵੱਡੇ ਸੁਧਾਰਾਂ ਦੀ ਲੋੜ ਆ। ਸੈਕੰਡਲੀ ਉਹਨਾਂ ਦਾ ਹੀ ਬਿਆਨ ਆ ਕਿ ਜੇ ਮੈਂ MSP ਗਰੰਟਡ ਨਾ ਦਵਾ ਸਕਿਆ ਆਪਣੇ ਕਿਸਾਨ ਭਰਾਵਾਂ ਨੂੰ ਤੇ ਮੈਂ ਅਸਤੀਫਾ ਦੇ ਜਾਵਾਂਗਾ। ਤੁਸੀਂ ਇਸ ਤੋਂ ਹਿਸਾਬ ਲਾਓ ਕਿ ਜਿੰਨੇ ਵੀ ਉੱਥੇ BJP ਦੇ ਲੀਡਰ ਆ ਉਹਨਾਂ ਦੀ ਇੱਕੋ ਕੋਸ਼ਿਸ਼ ਸੀ ਕਿ ਕਿਸਾਨਾਂ ਨੂੰ ਆਪਸ ਦੇ ਵਿੱਚ ਪਾੜ ਦਿੱਤਾ ਜਾਵੇ, ਕਿਸਾਨਾਂ ਨੂੰ SYL ਦੇ ਮੁੱਦੇ ਤੇ ਭੜਕਾਇਆ ਜਾਵੇ, ਕਿਸਾਨਾਂ ਨੂੰ ਜਿਵੇਂ ਉਹਨਾਂ ਨੇ ਕਿਹਾ ਕਿ ਇਕੱਲੇ ਪੰਜਾਬ ਦਾ ਇਹ ਹੈਗਾ ਵਾ ਅੰਦੋਲਨ, ਪਰੰਤੂ ਅੱਜ ਸਾਰੇ ਹਿੰਦੁਸਤਾਨ ਦਾ ਅੰਦੋਲਨ ਹੈ, ਉੱਥੇ ਸਾਰੇ ਹੀ ਸਟੇਟਾਂ ਦੇ ਕਿਸਾਨ ਬੈਠੇ ਆ। ਇਹ ਸਾਰੀਆਂ ਚੀਜ਼ਾਂ ਉਹਨਾਂ ਹੱਥ ਕੰਡੇ ਵਰਤੇ ਆ। ਦੁਸ਼ਵੰਤ ਚੌਟਾਲਾ ਜੀ ਨੂੰ ਵੀ ਦਿਖ ਗਿਆ ਕਿ ਮੈਂ ਜਦੋਂ ਦੇਖਿਆ ਕਿ ਹਰਿਆਣੇ ਦਾ ਸਾਰਾ ਕਿਸਾਨ ਭਰਾ ਉੱਥੇ ਬੈਠਾ ਤੇ ਅੱਜ ਦੁਸ਼ਵੰਤ ਚੌਟਾਲਾ ਜੀ ਵੀ ਇਹ ਬਿਆਨ ਦੇਣ ਲਈ ਮਜਬੂਰ ਨੇ ਕਿ ਹੋ ਸਕਿਆ ਤੇ ਮੈਂ ਅਸਤੀਫਾ ਦੇ ਜਾਵਾਂਗਾ। ਇੱਥੋਂ ਤੁਸੀਂ ਹਿਸਾਬ ਲਾਓ ਕਿ ਇਹ ਕਿੰਨੇ ਵੱਡੇ ਐਂਟੀ ਫਾਰਮਰ ਬਿੱਲ ਨੇ। ਇੱਕ ਉੱਥੇ ਜਦੋਂ ਤੁਸੀਂ ਗਏ, ਕਿਸਾਨ ਗਏ, ਉੱਥੇ ਖਾਲਿਸਤਾਨ ਦੀ ਗੱਲ ਛਿੜ ਪਈ, ਫਿਰਕੂ ਪ੍ਰਸਤੀ ਦੀ ਗੱਲਾਂ ਛਿੜ ਪਈਆਂ, ਤੁਸੀਂ ਉੱਥੇ ਹੋ ਕੇ ਆਏ ਹੋ ਕਿਸਾਨਾਂ ਦੇ, ਕਿਆ ਉੱਥੇ ਤੁਹਾਨੂੰ ਇਸ ਤਰ੍ਹਾਂ ਦਾ ਮਾਹੌਲ ਲੱਗਾ ਜਾਂ ਭਾਰਤ ਦੀ ਆਜ਼ਾਦੀ ਤੋਂ ਬਾਅਦ ਐਡਾ ਵੱਡਾ ਜਿਹੜਾ ਅੰਦੋਲਨ ਹੋਇਆ ਉਹਦੇ ਵਿੱਚ ਏਕਾ ਨਜ਼ਰ ਆਇਆ? ਚਾਹੇ ਹਰਿਆਣੇ ਦੇ ਕਿਸਾਨਾਂ ਦੀ ਗੱਲ ਕਰ ਲਈਏ, ਹਰਿਆਣਾ ਦੀ ਜਨਤਾ ਦੀ ਕਰ ਲਈਏ, ਹਿੰਦੂ ਸਿੱਖ ਮੁਸਲਮਾਨ ਈਸਾਈਆਂ ਦੀ ਗੱਲ ਕਰ ਲਈ ਜਾਵੇ, ਜਿਹੜਾ ਫਿਰਕਾ ਪ੍ਰਸਤੀ ਦਾ ਇੱਕ ਮਾਹੌਲ ਬਣ ਰਿਹਾ ਸੀ, ਕਿਆ ਉੱਥੇ ਇਸ ਤਰ੍ਹਾਂ ਦਾ ਮਾਹੌਲ ਨਜ਼ਰ ਆ ਰਿਹਾ ਕਿ ਉੱਥੇ ਵੱਖੋ ਵੱਖ ਢੋਲ ਵਜਾ ਰਹੇ ਨੇ ਆਪਣੇ, ਜਾਂ ਏਕਾ ਇੱਕ ਨਜ਼ਰ ਆਇਆ ਕਿ ਸਾਰੇ ਇੱਕੋ ਪਰਚਮ ਦੇ ਥੱਲੇ ਹਿੰਦੁਸਤਾਨੀ ਹੋਣ ਦੇ ਨਾਤੇ ਆਪਣੀ ਮੰਗ ਨੂੰ ਲੈ ਕੇ ਲੋਕਤੰਤਰਿਕ ਤਰੀਕੇ ਦੇ ਨਾਲ ਆਪਣਾ ਅੰਦੋਲਨ ਚਲਾ ਰਹੇ ਨੇ? ਮੈਂ ਸਰ ਆਪਣੀ ਜ਼ਿੰਦਗੀ ਦੇ ਵਿੱਚ ਸਭ ਤੋਂ ਵੱਡਾ ਅੰਦੋਲਨ ਤੇ ਹਿੰਦੂ ਸਿੱਖ ਮੁਸਲਮਾਨ ਈਸਾਈਅਤ ਕਹਿਣ ਦਾ ਭਾਵ ਕਿ ਹਰ ਵਰਗ ਦਾ ਏਡਾ ਵੱਡਾ ਏਕੇ ਦਾ ਸੁਮੇਲ ਤੇ ਇੱਕ ਵੱਖਰੀ ਤਰ੍ਹਾਂ ਦੀ ਪਿਆਰ ਮੁਹੱਬਤ, ਇੱਕ ਦੂਸਰੇ ਨਾਲ ਇੱਕ ਮਿਕਤਾ, ਇੱਕ ਜੁਟਤਾ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਕਦੇ ਨਹੀਂ ਵੇਖੀ। ਭਾਵੇਂ ਕਿ ਗੋਦੀ ਮੀਡੀਆ ਜਿਹਨੂੰ ਆਪਾਂ ਕਹਿੰਦੇ ਆ, ਉਹਨੇ ਫੁੱਲ ਕੋਸ਼ਿਸ਼ ਕੀਤੀ ਇਹਨੂੰ ਇੱਕ ਫਿਰਕੇ ਦਾ ਰੰਗ ਦੇਣ ਦੀ, ਇੱਕ ਖਾਲਿਸਤਾਨ ਦਾ ਰੰਗ ਦੇਣ ਦੀ, ਪਰੰਤੂ ਸਾਡੇ ਹਿੰਦੂ ਭਰਾਵਾਂ ਨੇ, ਸਾਡੇ ਸਿੱਖ ਭਰਾਵਾਂ ਨੇ, ਸਾਡੇ ਮੁਸਲਮਾਨ ਕਿਸਾਨ ਭਰਾਵਾਂ ਨੇ, ਸਾਡੇ ਈਸਾਈਅਤ ਭਰਾਵਾਂ ਨੇ, ਮੇਰੇ ਕਹਿਣ ਦਾ ਭਾਵ ਕਿ ਸਾਰੇ ਤਬਕਿਆਂ ਨੇ, ਸਾਰੇ ਵਰਗਾਂ ਨੇ ਇੱਕ ਮੁੱਠ ਹੋ ਕੇ ਗੋਦੀ ਮੀਡੀਆ ਨੂੰ ਮਜਬੂਰ ਕਰ ਦਿੱਤਾ ਕਿ ਉਹ ਜਿਹੜੀ ਰੰਗਤ ਦੇਣੀ ਚਾਹੁੰਦੇ ਸੀ ਉਹਦੇ ਵਿੱਚ ਉਹ ਸਫਲ ਨਹੀਂ ਹੋਏ। ਮੈਂ ਉੱਥੇ ਇਹ ਗਰਾਊਂਡ ਤੇ ਵੇਖੀਆਂ ਚੀਜ਼ਾਂ ਕਿ ਉੱਥੇ ਹਿੰਦੂ ਵੀਰ, ਉੱਥੇ ਸਿੱਖ ਵੀਰ, ਉੱਥੇ ਮੁਸਲਮਾਨ ਵੀਰ ਇੱਕ ਦੂਸਰੇ ਦੇ ਨਾਲ ਕਿਵੇਂ ਮੋਢੇ ਦੇ ਨਾਲ ਮੋਢਾ ਜੋੜ ਕੇ ਕਿਸਾਨੀ ਦੇ ਮਸਲੇ ਦੇ ਲਈ ਲੜਦੇ ਪਏ ਆ। ਉਹਨਾਂ ਦਾ ਹੋਰ ਕੋਈ ਡਿਮਾਂਡ ਨਹੀਂ, ਕੋਈ ਖਾਲਿਸਤਾਨ ਦੀ ਡਿਮਾਂਡ ਨਹੀਂ ਆ, ਕੋਈ ਵੱਖਰੇ ਰਾਜਾਂ ਦੀ ਡਿਮਾਂਡ ਨਹੀਂ ਆ, ਸਿਰਫ ਉਹਨਾਂ ਦੀ ਇੱਕੋ ਡਿਮਾਂਡ ਆ ਕਿਸਾਨ ਮਜ਼ਦੂਰ ਦੀ ਏਕਤਾ ਤੇ ਰੋਜੀ ਰੋਟੀ ਦੀ ਉਹਨਾਂ ਦੀ ਡਿਮਾਂਡ ਆ, ਤੇ ਇਹ ਤਿੰਨੋਂ ਬਿੱਲਾਂ ਦੀ ਵਾਪਸੀ ਦੀ ਡਿਮਾਂਡ ਆ। ਉੱਥੇ ਗਰਾਊਂਡ ਤੇ ਆਣ ਕੇ ਜਿਹੜੇ ਇਹ ਥੋੜੀ ਬਾਲੀ ਕੋਸ਼ਿਸ਼ ਕਰਦੇ ਸੀ ਉਹਨਾਂ ਨੂੰ ਅੱਜ ਸ਼ਰਮਸ਼ਾਰ ਹੋਣਾ ਪਿਆ ਵਾ, ਕਿਉਂਕਿ ਸਾਡੇ ਸਾਰੇ ਭਰਾਵਾਂ ਨੇ, ਸਾਡੇ ਸਾਰੇ ਵਰਗਾਂ ਨੇ, ਸਾਡੇ ਸਾਰੇ ਹਿੰਦੁਸਤਾਨ ਦੇ ਲੋਕਾਂ ਨੇ ਏਕਤਾ ਦਾ ਸੁਮੇਲ ਦੇ ਕੇ ਉਹਨਾਂ ਨੂੰ ਮੂੰਹ ਦੀ ਚਪੇੜ ਮਾਰੀ ਆ। ਉਹਨਾਂ ਦੇ ਜਿਹੜੇ ਗੋਦੀ ਮੀਡੀਆ ਇਹ ਕੋਸ਼ਿਸ਼ ਕਰਨ ਲੱਗਾ ਸੀ ਕਿ ਇਹਨੂੰ ਇੱਕ ਫਿਰਕੇ ਦਾ ਰੰਗ ਦੇ ਦਿੱਤਾ ਜਾਵੇ। ਇੱਕ ਆਖਰੀ ਸਵਾਲ ਹਰਪ੍ਰੀਤ ਜੀ, ਲੱਗਦਾ ਨਹੀਂ ਹੈ ਕਿ ਸ਼ੇਰ ਦੀ ਸਵਾਰੀ ਹੈ ਦੋਨਾਂ ਧਿਰਾਂ ਵਾਸਤੇ, ਚਾਹੇ ਉਹ ਕੇਂਦਰ ਸਰਕਾਰ ਦੀ ਗੱਲ ਕਰ ਲਿੱਤੀ ਜਾਵੇ ਜਾਂ ਕਿਸਾਨ ਅੰਦੋਲਨ ਦੀ ਅਗਵਾਈ ਕਰਨ ਵਾਲੇ ਕਿਸਾਨ ਲੀਡਰਾਂ ਦੀ? ਲੱਗਦਾ ਨਹੀਂ ਹੈ ਕਿ ਕੋਈ ਵੀ ਅਗਰ ਇੱਕ ਕਦਮ ਵੀ ਪਿੱਛੇ ਹਟਦਾ ਤੇ ਸ਼ੇਰ ਉਹਨੂੰ ਹੀ ਖਾ ਜਾਊਗਾ? ਮੈਂ
ਤੁਹਾਡੇ ਮਾਧਿਅਮ ਦੇ ਰਾਹੀਂ, ਤੁਹਾਡੇ ਚੈਨਲ ਦੇ ਰਾਹੀਂ ਇੱਕ ਰਿਕੁਐਸਟ ਕਰਨੀ ਚਾਹੁੰਦਾ ਕਿ ਕੇਂਦਰ ਸਰਕਾਰ ਵੀ ਇਹਨੂੰ ਆਪਣਾ ਲਾ ਲਓ ਕਿ ਅੜੀਅਲ ਰਵੱਈਆ ਤਿਆਗ ਕੇ, ਤੇ ਕਿਸਾਨ ਜਥੇਬੰਦੀਆਂ ਵੀ ਸਾਡੀਆਂ ਬੜੀਆਂ ਸੁਹਿਰਦ ਨੇ, ਬੜੇ ਸੁਲਝੇ ਲੋਕ ਨੇ, ਲਗਭਗ ਉੱਥੇ 500 ਕਿਸਾਨ ਜਥੇਬੰਦੀਆਂ ਜਿਹੜੀਆਂ ਬੈਠੀਆਂ, ਉਹਨਾਂ ਦੀ ਇੱਕ ਟੀਮ ਬਣੀ ਆ, ਬੜੇ ਐਜੂਕੇਟਡ ਪਰਸਨ ਨੇ ਸਾਰੇ। ਇਹ ਵੇਖੋ ਕੋਈ ਵੀ ਚੀਜ਼ ਆ ਗੱਲਬਾਤ ਦੇ ਜ਼ਰੀਏ ਹੀ ਉਹਦਾ ਜਿਹੜਾ ਵਾ ਸੋਲੂਸ਼ਨ ਨਿਕਲਣਾ, ਹੱਲ ਨਿਕਲਣਾ। ਤੇ ਮੈਂ ਹੰਬਲੀ ਰਿਕਵੈਸਟ ਕਰਦਾ ਕੇਂਦਰ ਸਰਕਾਰ ਨੂੰ ਕਿ ਇਹਨੂੰ ਜਾਣ ਬੁੱਝ ਕੇ ਕੋਈ ਮੁੱਸ਼ ਦਾ ਸਵਾਲ ਜਾਂ ਆਪਣੀ ਇੱਜ਼ਤ ਦਾ ਸਵਾਲ ਨਾ ਬਣਾਓ, ਸਗੋਂ ਸਾਰੀ ਜਨਤਾ ਦੀ ਆਵਾਜ਼ ਸੁਣੋ, ਮਜ਼ਦੂਰ, ਕਿਸਾਨ, ਸਾਰੇ ਵਰਗਾਂ ਦੀ ਆਵਾਜ਼ ਸੁਣ ਕੇ। ਤੇ ਮੈਨੂੰ ਲੱਗਦਾ ਕਿ ਇਹਨੂੰ ਜਲਦੀ ਤੋਂ ਜਲਦੀ ਜਿਹੜਾ ਇਹਦਾ ਹੱਲ ਕੱਢਣਾ ਚਾਹੀਦਾ। ਇਹਨੂੰ ਸਗੋਂ ਇੱਕ ਆਪਣੀ ਈਗੋ ਦਾ ਸਵਾਲ ਨਾ ਬਣਾਓ, ਸ਼ੇਰ ਦੀ ਸਵਾਰੀ ਨਹੀਂ ਸਮਝਣਾ, ਸ਼ੇਰ ਦੀ ਸਵਾਰੀ ਨਾ ਸਮਝਣ ਇਹਨੂੰ। ਸਗੋਂ ਜਨਤਾ ਦੀ ਵੇਖੋ, ਸਰਕਾਰ ਜਿਹੜੀ ਆ ਇਲੈਕਟ ਜਨਤਾ ਕਰਦੀ ਆ। ਮੈਂ ਕਹਿੰਦਾ ਕਿ ਜਨਤਾ ਦੀ ਆਵਾਜ਼ ਜਿਹੜੀ ਆ ਉਹਨੂੰ ਸੁਣਦਿਆਂ ਹੋਇਆਂ ਇਹਦੇ ਵਿੱਚ ਕੇਂਦਰ ਸਰਕਾਰ ਸਗੋਂ ਆਪ ਹੀ ਹੋਊਗੀ, ਡਾਊਨ ਨਹੀਂ ਹੋਊਗੀ ਜੇ ਉਹ ਜਨਤਾ ਦੀ ਆਵਾਜ਼ ਸੁਣਦੀ ਆ। ਤੇ ਮੇਰੇ ਕਹਿਣ ਦਾ ਭਾਵ ਕਿ ਸ਼ੇਰ ਦੀ ਸਵਾਰੀ ਨਾ ਮੰਨ ਕੇ ਇਹਦਾ ਛੇਤੀ ਤੋਂ ਛੇਤੀ ਹੱਲ ਕੱਢਿਆ ਜਾਵੇ, ਕਿਉਂਕਿ ਲਗਭਗ 4 ਮਹੀਨੇ ਤੋਂ ਇਸ ਅੰਦੋਲਨ ਜਿਹੜਾ ਚੱਲਦਾ ਪਿਆ, ਤੇ 1 ਮਹੀਨੇ ਤੋਂ ਦਿੱਲੀ ਦੀਆਂ ਸੜਕਾਂ ਤੇ ਕਿਸਾਨ ਸਾਡੇ ਬੈਠੇ ਆ, ਭਰਾ, ਮਜ਼ਦੂਰ, ਬੀਬੀਆਂ, ਮਾਤਾਵਾਂ, ਭੈਣਾਂ, ਛੋਟੇ ਬੱਚੇ। ਤੇ ਕੇਂਦਰ ਸਰਕਾਰ ਨੂੰ ਸਾਡੀ ਰਿਕਵੈਸਟ ਆ ਕਿ ਇਹਨੂੰ ਸ਼ੇਰ ਦੀ ਸਵਾਰੀ ਨਾ ਸਮਝਦਿਆਂ ਸਗੋਂ ਜਨਤਾ ਦੇ ਲਈ ਇੱਕ ਵੱਡਾ ਆਪਣੀ ਪਹਿਲ ਕਦਮੀ ਕਰਦਿਆਂ ਜਿਹੜੇ ਤਿੰਨੋਂ ਬਿੱਲ ਵਾਪਸ ਲਏ ਜਾਣ। ਬਿਲਕੁਲ, ਧੰਨਵਾਦ ਹਰਪ੍ਰੀਤ ਜੀ। ਹਰਪ੍ਰੀਤ ਉਹਨਾਂ ਦੀ ਜੇ ਗੱਲ ਕੀਤੀ ਜਾਵੇ, ਇਹਨਾਂ ਵੱਲੋਂ ਇਹੀ ਸੁਨੇਹਾ ਜਿਹੜਾ ਕੇਂਦਰ ਸਰਕਾਰ ਨੂੰ ਦਿੱਤਾ ਗਿਆ, ਔਰ ਨਾਲ ਦੀ ਨਾਲ ਕਿਸਾਨ ਜਥੇਬੰਦੀਆਂ ਨੂੰ, ਕਿ ਉਹ ਸੁਹਿਰਦਤਾ ਦੇ ਨਾਲ ਇਸ ਮਸਲੇ ਦਾ ਹੱਲ ਕੱਢਣ। ਲੇਕਿਨ ਕਿਤੇ ਨਾ ਕਿਤੇ ਕੇਂਦਰ ਸਰਕਾਰ ਦੀ ਜਿਹੜੀ ਮਜਬੂਰੀ ਨਜ਼ਰ ਆ ਰਹੀ ਹੈ, ਉਹ ਇਹੀ ਨਜ਼ਰ ਆ ਰਹੀ ਹੈ ਕਿ ਅਗਰ ਉਹ ਇਹ ਕਾਨੂੰਨ ਵਾਪਸ ਲੈਂਦੀ ਹੈ ਤਾਂ ਕਿਤੇ ਨਾ ਕਿਤੇ 370 ਧਾਰਾ ਜਿਹੜੀ ਹੈ ਜਾਂ 35A ਜਿਹੜੀ ਵਾਪਸ ਲਿੱਤੀ ਗਈ, ਨਾਗਰਿਕਤਾ ਸੰਸ਼ੋਧਨ ਬਿੱਲ ਜਿਹੜੇ ਦਿੱਤੇ ਗਏ ਨੇ, ਅਗਰ ਕਿਸਾਨ ਬਿੱਲ ਵਾਪਸ ਲਿੱਤੇ ਜਾਂਦੇ ਨੇ ਤਾਂ ਇੱਕ ਹੋਰ ਵੱਡਾ ਅੰਦੋਲਨ ਜਿਹੜਾ ਉਹ ਛਿੜ ਸਕਦਾ। ਤੇ ਹੁਣ ਦੇਖਣਾ ਇਹ ਹੋਏਗਾ ਕਿ ਕੇਂਦਰ ਸਰਕਾਰ ਤੇ ਕਿਸਾਨ ਜਥੇਬੰਦੀਆਂ ਇਸ ਮਸਲੇ ਦਾ ਕੀ ਹੱਲ ਕੱਢਦੀਆਂ ਨੇ। ਤੁਹਾਨੂੰ ਸਾਡੀ ਹਰਪ੍ਰੀਤ ਸਿੰਘ ਕੋਟ ਦੇ ਨਾਲ ਹੋਈ ਗੱਲਬਾਤ ਕਿਸ ਤਰ੍ਹਾਂ ਲੱਗੀ, ਇਸ ਬਾਰੇ ਸਾਡੇ ਫੇਸਬੁੱਕ ਪੇਜ ਅਤੇ YouTube ਤੇ ਕਮੈਂਟ ਜ਼ਰੂਰ ਦੇਣਾ। ਧੰਨਵਾਦ। ਖਬਰਾਂ ਨਾਲ ਜੁੜੇ ਰਹੋ ਦਿਨ ਰਾਤ ਸਿਰਫ ਪੰਜਾਬ ਵਾਇਰ ਨਿਊਜ਼ ਦੇ ਨਾਲ।